ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹਿਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ, ਦਇਆ ਸਿੰਧ, ਕਿਰਪਾ ਨਿਧ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ, ਬਖਸ਼ਿਸ਼ ਮਹਿਰਾਮਤ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹੀ ਬੈਠ ਸਕਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਇਕੱਲੇ ਸਿੱਖ ਹੋਣ ਦਾ ਮਾਣ ਹੀ ਨਾ ਦਿੱਤਾ ਹੋਵੇ, ਸਗੋਂ ਸਚਿਆਰ ਸਿੱਖ ਹੋਣ ਦੀ ਬਖਸ਼ਿਸ਼ ਕੀਤੀ ਹੋਵੇ। ਸਤਿਗੁਰੂ ਜੀ ਨਿਰਣਾ ਦਿੰਦੇ ਨੇ ਕਿ ਕੂੜਿਆਰ ਕੂੜਿਆਰੀ ਜਾਏ ਰਲੇ। ਝੂਠੇ ਬੰਦੇ ਦੀ ਸਾਂਝ ਝੂਠ ਨਾਲ ਹੈ। ਵਪਾਰੀ ਬੰਦਾ ਕਿਸੇ ਵੀ ਫੰਕਸ਼ਨ 'ਤੇ ਜਾਏ, ਉਹਦਾ ਮਨ ਵਪਾਰੀਆਂ ਵਿੱਚ ਲੱਗਦਾ ਹੈ। ਬਿਜ਼ਨਸਮੈਨ ਕੰਪਨੀ ਚਾਹੁੰਦਾ ਕਿਸੇ ਵੀ ਫੰਕਸ਼ਨ ਵਿੱਚ ਤੇ ਉਹਨੂੰ ਕੋਈ ਬਿਜ਼ਨਸਮੈਨ ਮਿਲੇ, ਉਹਦਾ ਸਮਾਂ ਉਸ ਜਿਹੜੇ ਸਮੇਂ ਨੂੰ ਹੈ ਉਹ ਸੁੱਖਾਂ ਨਾਲ ਬਤੀਤ ਕਰ ਲੈਂਦਾ, ਸੌਖਾ ਲੰਘ ਜਾਂਦਾ। ਮਹਾਰਾਜ ਜੀ ਸਮਝਾਉਂਦੇ, ਜਿੱਥੇ ਸੱਚ ਦੀ ਗੱਲ ਹੋ ਰਹੀ ਹੋਵੇ ਉੱਥੇ ਸਚਿਆਰ ਬੰਦਾ ਹੀ ਬੈਠ ਸਕਦਾ ਹੈ। ਜਦੋਂ ਕਿਸੇ ਫੰਕਸ਼ਨ ਵਿੱਚ ਬਿਜ਼ਨਸਮੈਨ ਨੂੰ ਕੋਈ ਉਹਦਾ ਸੰਗੀ, ਕੋਈ ਕੰਪਨੀ ਕਰਨ ਵਾਲਾ ਨਾ ਮਿਲੇ ਤਾਂ ਉਹ ਅਕਸਰ ਕਹਿੰਦਾ ਗਏ ਤਾਂ ਸੀ ਪਰ ਸਾਰਾ ਦਿਨ ਅੱਜ ਬੋਰਿੰਗ ਰਿਹਾ, ਬੋਰ ਹੀ ਹੋਏ, ਡਿਸਟਰਬ ਹੀ ਰਹੇ, ਸੁੱਖ ਨਾ ਮਿਲ ਸਕਿਆ, ਸਕੂਨ ਨਹੀਂ ਮਿਲਿਆ। ਇਸ ਤਰ੍ਹਾਂ ਮਹਾਰਾਜ ਜੀ ਸਮਝਾਉਂਦੇ, ਕੁੜਿਆਰ ਬੰਦਾ ਸਤ ਸੰਗਤ ਵਿੱਚ ਆ ਕੇ ਉਹਨੂੰ ਸਕੂਨ ਪ੍ਰਾਪਤ ਨਹੀਂ ਹੁੰਦਾ, ਉਹਦਾ ਮਨ ਤਲਖੀ ਵਿੱਚ ਆ ਜਾਂਦਾ ਔਰ ਬਹੁਤ ਛੇਤੀ ਨਾਲ ਉਹ ਸੱਚ ਤੋਂ ਦੂਰ ਜਾਂਦਾ ਹੈ।
ਤੇ ਮਹਾਰਾਜ ਜੀ ਜਿਹੜੇ ਕੋਲ ਬਹਿੰਦੇ ਹਨ ਤਾਂ ਸਤਿਗੁਰੂ ਕਹਿੰਦੇ ਉਹ ਇਕੱਲੇ ਸਿੱਖ ਨਹੀਂ, ਉਹ ਸਚਿਆਰ ਸਿੱਖ ਨੇ, ਜਿਨ੍ਹਾਂ ਨੂੰ ਗੁਰੂ ਨੇ ਬਖਸ਼ਿਸ਼ ਕਰਕੇ ਜਿਨ੍ਹਾਂ ਨੂੰ ਸਚਿਆਰ ਬਣਾ ਕੇ ਆਪਣੇ ਨਾਲ ਜੋੜਨਾ ਹੋਵੇ, ਉਹਨਾਂ ਨੂੰ ਸਤਿਗੁਰੂ ਜੀ ਇਹ ਸਮਾਂ ਬਖਸ਼ਦੇ ਹਨ। ਤੁਸੀਂ ਭਾਗਾਂ ਵਾਲੇ ਹੋ ਜੋ ਰੋਜ਼ ਜੁੜਦੇ ਹੋ। ਕੂੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਸ਼ੁਕਰਾਨਾ ਕਰਿਓ। ਅੱਜ ਦਾ ਜੋ ਪਾਵਨ ਸ਼ਬਦ ਹੈ, ਰਹਿਰਾਸ ਦੀ ਪਾਵਨ ਬਾਣੀ ਵਿੱਚੋਂ ਇਹ ਆਖਰੀ ਸ਼ਬਦ ਹੈ। ਇਸ ਤੋਂ ਬਾਅਦ ਇੱਕ ਵਿਸ਼ੇਸ਼ ਬਾਣੀ ਪ੍ਰਾਰੰਭ ਹੋਏਗੀ, ਜਿਸ ਬਾਣੀ ਨੂੰ ਸਤਿਗੁਰ ਜੀ ਦਾ ਹੁਕਮ ਹੈ ਕਿ ਗੁਰੂ ਦਾ ਸਿੱਖ ਹਰ ਰੋਜ਼ ਉਸ ਬਾਣੀ ਦਾ ਜਾਪ ਕਰੇ। ਅੱਜ ਸਤਿਗੁਰੂ ਜੀ ਜੋ ਰਹਿਰਾਸ ਦੇ ਪਾਵਨ ਸ਼ਬਦ ਵਿੱਚ ਆਖਰੀ ਸ਼ਬਦ ਬਖਸ਼ਿਸ਼ ਕਰ ਰਹੇ ਹਨ, ਇਹ ਆਸਾ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਤੇ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 12 ਅੰਗ ਉੱਤੇ ਪਾਵਨ ਸ਼ਬਦ ਸੁਭਾਏਮਾਨ ਹੈ। ਇਸ ਨੂੰ ਸਤਿਗੁਰੂ ਜੀ ਨੇ ਉਚਾਰਨ ਕਰਨ ਲੱਗਿਆਂ ਆਸਾ ਰਾਗ ਵਿੱਚ ਉਚਾਰਨ ਕੀਤਾ ਤੇ ਬਖਸ਼ਿਸ਼ ਕੀ ਕਰ ਰਹੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਸ਼ਬਦ ਵਿੱਚ ਮਨੁੱਖੀ ਜੀਵਨ ਦਾ, ਸਾਡੀ ਮਾਨਸ ਦੇਹੀ ਦਾ, ਮਨੁੱਖ ਨੂੰ ਮਨੋਰਥ ਸਮਝਾ ਦਿੱਤਾ ਕਿ ਇਹ ਜੀਵ, ਇਹ ਇਨਸਾਨ, ਤੇਰੀ ਲਾਈਫ ਦਾ ਪਰਪਸ ਕੀ ਹੈ। ਇਸ ਧਰਤੀ ਉੱਤੇ ਜਨਮ ਲੈਣ ਦਾ, ਜਨਮ ਧਾਰਨ ਕਰਨ ਦਾ ਤੇਰਾ ਮਨੋਰਥ ਕੀ ਹੈ? ਤੂੰ ਕਿਉਂ ਆਇਆ? ਤੈਨੂੰ ਕੀ ਕਰਨਾ ਚਾਹੀਦਾ? ਤੂੰ ਧਰਤੀ ਉੱਤੇ ਕਰਨ ਕੀ ਆਇਆ ਹੈ? ਤੇ ਕਦੇ ਗੰਭੀਰਤਾ ਨਾਲ ਸੋਚਿਓ, ਆਪਾਂ ਜਨਮ ਲਿਆ, ਪੜ੍ਹਾਈਆਂ ਕੀਤੀਆਂ, ਬਿਜ਼ਨਸ ਕੀਤਾ, ਕਾਰੋਬਾਰ ਕੀਤੇ, ਵਪਾਰ ਕੀਤੇ, ਘਰ ਬਣਾਏ, ਜਿਵੇਂ ਸਾਨੂੰ ਸਾਡੇ ਮਾਪਿਓ ਨੇ ਪਾਲਿਆ ਇੱਦਾਂ ਆਪਾਂ ਆਪਣੇ ਬੱਚੇ ਪਾਲੇ, ਫਿਰ ਵੱਡੇ ਕਰਕੇ ਵਿਆਹ ਦਿੱਤੇ, ਉਹਨਾਂ ਵਾਸਤੇ ਘਰ, ਕਾਰੋਬਾਰ, ਫੈਕਟਰੀਆਂ, ਪ੍ਰਾਪਰਟੀ ਸਭ ਕੁਝ ਜੋੜ ਦਿੱਤਾ ਤੇ ਅੰਤ ਆਪ ਇਨਸਾਨ ਫਿਰ ਖਾਲੀ ਹੱਥ ਤੁਰ ਗਿਆ। ਫਿਰ ਇਸ ਬੰਦੇ ਨੇ ਖੱਟਿਆ ਕੀ? ਇੰਨੀ ਮਿਹਨਤ ਕਰਕੇ ਪੜ੍ਹਾਈਆਂ ਕਰਦੇ ਰਹੇ, ਬਣਾਉਂਦੇ ਰਹੇ, ਸਭ ਕੁਝ ਬਿਜ਼ਨਸ ਕੀਤਾ, ਕਾਰੋਬਾਰ ਬਣਾਏ, ਬੱਚੇ ਪੜ੍ਹਾਏ, ਵਿਆਹੇ, ਸਭ ਕੁਝ ਇਕੱਠਾ ਕਰਕੇ ਅੰਤ ਖਾਲੀ ਹੱਥ ਸੰਸਾਰ ਤੋਂ, ਰੋਗ ਦੁੱਖ ਬਿਮਾਰੀ ਨਾਲ ਇਹ ਯਾਤਰਾ ਖਤਮ ਹੋਈ ਤੇ ਬੰਦਾ ਸੰਸਾਰ ਤੋਂ ਚਲਾ ਗਿਆ। ਫਿਰ ਆਉਣ ਦਾ ਲਾਭ ਕੀ ਸੀ? ਮਹਾਰਾਜ ਜੀ ਸਮਝਾਉਂਦੇ, ਧਰਤੀ ਉੱਤੇ ਆਉਣ ਦਾ ਤੇਰਾ ਮਨੋਰਥ ਕੀ ਹੈ? ਧਰਤੀ ਉੱਤੇ ਆਉਣ ਦਾ ਤੇਰੀ ਲਾਈਫ ਦਾ ਪਰਪਸ ਕੀ ਹੈ? ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਇਸ ਸ਼ਬਦ ਵਿੱਚੋਂ ਸਮੁੱਚੀ ਮਾਨਵਤਾ ਲਈ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਇਹ ਇਨਸਾਨ, ਤੂੰ ਧਰਤੀ ਤੇ ਕੀ ਕਰਨ ਆਇਆ? ਤੈਨੂੰ ਕਰਨਾ ਕੀ ਚਾਹੀਦਾ ਹੈ ਤੇ ਤੂੰ ਕਰ ਕੀ ਰਿਹਾ? ਤਿੰਨੇ ਗੱਲਾਂ ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਸਮਝਾਈਆਂ ਨੇ। ਆਓ ਪਿਆਰ ਨਾਲ ਗੁਰੂ ਚਰਨਾਂ ਵਿੱਚੋਂ ਇਸ ਵਿਚਾਰ ਨਾਲ ਜੁੜੀਏ। ਗੁਰੂ ਚਰਨਾਂ ਵਿੱਚ ਝੁਕਾ ਕੇ ਸੀਸ ਇੱਕ ਵਾਰ ਲਾਓ ਹਾਜ਼ਰੀ ਤੇ ਬਖਸ਼ੋ ਅਸੀਸ। ਦੋਵੇਂ ਹੱਥ ਜੋੜ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਸਾਰ ਸ੍ਰਿਸ਼ਟੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ 84 ਲੱਖ ਜੂਨਾਂ ਨੇ, ਔਰ 84 ਲੱਖ ਜੂਨਾਂ ਵਿੱਚ ਅਣਗਿਣਤ ਉਹਨਾਂ ਜੂਨਾਂ ਦੀਆਂ ਕਿਸਮਾਂ ਨੇ। ਜਿਵੇਂ ਸੱਪ ਇੱਕ ਜੂਨ ਹੈ, ਪਰ ਸੱਪ ਦੀਆਂ ਕਿਸਮਾਂ ਬਹੁਤ ਨੇ, ਇੱਕ ਕਿਸਮ ਦਾ ਸੱਪ ਨਹੀਂ ਹੈ। ਕਿਸੇ ਦਾ ਰੰਗ ਜੈਲੋ ਰੰਗ ਦੇ ਪੀਲੇ ਸੱਪ ਨੇ, ਕੋਈ ਕਾਲੇ ਰੰਗ ਦੇ ਸੱਪ ਨੇ, ਕੋਈ ਥੋੜੇ ਸੁਨਹਿਰੀ ਨੀਲੇ ਰੰਗ ਦੇ ਸੱਪ ਨੇ। ਕਿਸੇ ਵਿੱਚ ਜ਼ਹਿਰ ਘੱਟ ਹੈ, ਕਿਸੇ ਵਿੱਚ ਜ਼ਿਆਦਾ ਹੈ, ਕਿਸੇ ਵਿੱਚ ਬਹੁਤ ਜ਼ਿਆਦਾ ਜ਼ਹਿਰ ਵਿਸ਼ ਰੱਬ ਵੱਲੋਂ ਭਰੀ ਹੈ ਕਿ ਉਹ ਕਿਸੇ ਨੂੰ ਡੰਗ ਲੈ ਤੇ ਅਗਲਾ ਸਾਹ ਨਹੀਂ ਜੇ ਸੱਪ ਆਉਣ ਦਿੰਦਾ। ਐਸੇ ਵੀ ਸੱਪ ਨੇ ਕਿ ਮਨੁੱਖ ਨੂੰ ਡੰਗ ਲੈਣ ਮੌਤ ਨਹੀਂ ਹੋਏਗੀ, ਪਰ ਉਸ ਜ਼ਹਿਰ ਦੇ ਨਾਲ ਉਹਦੇ ਸਰੀਰ ਵਿੱਚ, ਉਹਦੀ ਚਮੜੀ ਵਿੱਚ ਕੋਈ ਇਨਫੈਕਸ਼ਨ ਹੋ ਸਕਦੀ ਹੈ। ਉਹ ਜ਼ਹਿਰ ਸਹਿਜੇ ਸਹਿਜੇ ਚੜ੍ਹਦੀ ਹੈ। ਸੱਪ ਇੱਕ ਜੂਨ ਹੈ, ਪਰ ਸੱਪ ਦੀਆਂ ਕਿਸਮਾਂ ਬਹੁਤ ਨੇ। ਪਸ਼ੂ ਇੱਕ ਜੂਨ ਹੈ, ਪਸ਼ੂ ਦੀਆਂ ਕਿਸਮਾਂ ਬਹੁਤ ਨੇ। ਪੰਛੀਆਂ ਦੀ ਇੱਕ ਇੱਕ ਵੱਖਰੀ ਵੱਖਰੀ ਜੂਨ ਹੈ, ਉਹਨਾਂ ਪੰਛੀਆਂ ਵਿੱਚ ਫਿਰ ਕਿਸਮਾਂ ਅਲੱਗ-ਅਲੱਗ ਨੇ। ਤੇ ਬੇਨਤੀ ਸਮਝਿਓ, ਇੱਕ ਘੱਟ 84 ਲੱਖ ਜੂਨਾਂ ਦੀਆਂ ਅਣਗਿਣਤ ਕਿਸਮਾਂ ਵਿੱਚੋਂ
ਜਦੋਂ ਇਹ ਜੀਵ ਜਨਮ ਦਰ ਜਨਮ ਜੀਵਨ ਯਾਤਰਾ ਲੰਘਦੀ ਗਈ ਤੇ ਫਿਰ ਇੱਕ ਜਨਮ ਮਿਲਿਆ ਜਿਹਨੂੰ ਸਤਿਗੁਰ ਜੀ ਦੁਲੱਭ ਜਨਮ ਕਹਿੰਦੇ ਨੇ। ਉਹ ਪਾਵਨ ਜਨਮ ਉਹ ਸਤਿਗੁਰ ਜੀ ਨੇ ਮੌਕਾ ਅਵਸਰ ਬਾਰੀ ਸਾਹਿਬ ਨੇ ਸਮਝਾਇਆ, ਉਹ ਹੈ ਤੇਰੀ ਮਾਨਸ ਦੇਹੀ, ਜਿਹੜਾ 1,84 ਲੱਖ ਜੂਨਾਂ ਦੀ ਯਾਤਰਾ ਤੋਂ ਬਾਅਦ ਤੈਨੂੰ ਨਸੀਬ ਹੋਇਆ। ਹੁਣ ਇਹ ਮਾਨਸ ਦੇਹੀ ਤੇਰੇ ਲਈ ਆਖਰੀ ਪੌੜੀ ਹੈ, ਆਖਰੀ ਮੌਕਾ ਹੈ, ਆਖਰੀ ਅਵਸਰ ਹੈ। ਇਸ ਤੋਂ ਬਾਅਦ ਇਹ ਸਿਲਸਿਲਾ ਗੇੜ ਫਿਰ ਸ਼ੁਰੂ ਹੋ ਜਾਏਗਾ। ਹੁਣ ਤੂੰ ਆਖਰੀ ਪੌੜੇ ਤੇ ਖਲੋਤਾ ਹੈ। ਇੱਥੋਂ ਹੁਣ ਸੱਚ ਵੱਲ ਦੇ ਪਾਸੇ ਜੁੜ ਕੇ ਤੂੰ ਸਚਿਆਰ ਹੋ ਕੇ ਉਸ ਸੱਚੇ ਕਾਲ ਪੁਰਖ ਨਾਲ ਜੁੜ ਸਕਦਾ ਹੈ ਤੇ ਉਹਦੇ ਬਣਾਏ ਹੋਏ ਸੰਸਾਰ ਨਾਲ ਜੁੜ ਕੇ ਜਨਮ ਮਰਨ ਫਿਰ ਘਟ ਸਕਦਾ। ਜੁਗ ਜੁਗ ਮੇਰ ਸਰੀਰ ਕਾ ਬਾਸ਼ਨਾ ਵੱਧਾ ਆਵੇ ਜਾਵੇ। ਸੰਸਾਰ ਵਿੱਚ ਵਿਚਰਨ ਵਾਲਿਆ, ਇਹ ਜਨਮ ਤੇਰੀਆਂ ਵਾਸ਼ਨਾਵਾਂ ਮੁੱਕ ਜਾਣ। ਜੇ ਵਾਸ਼ਨਾਵਾਂ ਨਾ ਮੁੱਕੀਆਂ ਦੁਬਾਰਾ ਫਿਰ ਜਨਮ ਹੋਏਗਾ। ਅੱਜ ਸਤਿਗੁਰ ਜੀ ਇਸ 1,84 ਲੱਖ ਜੂਨਾਂ ਤੋਂ ਬਾਅਦ ਵੇਲੇ ਮੌਕੇ ਵਾਰੀ ਅਵਸਰ ਇਸ ਮਨੁੱਖਾ ਦੇਹੀ ਦੀ ਵਡਿਆਈ ਕਰਕੇ ਸਾਨੂੰ ਉਪਦੇਸ਼ ਦੇ ਰਹੇ ਨੇ ਤੇ ਕੀ ਬਖਸ਼ਿਸ਼ ਕਰਦੇ ਨੇ। ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ। ਵਾਹਿਗੁਰੂ ਜੀ ਆਸਾ ਮਹਿਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਉਹ ਦੇਹੀ ਜਿਹਨੂੰ ਸੰਸਾਰ ਮਨੁੱਖ ਕਹਿੰਦੇ ਨੇ, ਉਹ ਦੇਹੀ ਜਿਹਨੂੰ ਕੋਈ ਇਨਸਾਨ ਕਹਿੰਦਾ, ਉਹ ਦੇਹੀ ਜਿਹਨੂੰ ਮਾਨਸ ਜਨਮ ਕਿਹਾ ਗਿਆ, ਉਹ ਦੇਹੀ ਜਿਹਦੇ ਵਿੱਚ ਮਨ ਕੰਮ ਕਰਦਾ ਹੈ, ਜਿਹਦੇ ਅੰਦਰ ਵੱਖਰੇ ਵੱਖਰੇ ਨਿਰੰਕਾਰ ਜੀ ਨੇ ਪਾਰਟਸ ਬਣਾ ਕੇ ਮਨ ਚਿੱਤ ਬੁੱਧ ਮਨੁੱਖ ਨੂੰ ਬਖਸ਼ਿਸ਼ ਕਰਕੇ 84 ਲੱਖ ਜੂਨਾਂ ਦਾ ਸਰਦਾਰ ਬਣਾਇਆ, ਜਿਹਨੂੰ ਸਤਿਗੁਰ ਜੀ ਦੇ ਬਾਣੀ ਨੇ ਕਿਹਾ ਕਿ 84 ਲੱਖ ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਜਿਹਨੂੰ ਸਾਹਿਬ ਨੇ ਕਿਹਾ ਇਸ ਧਰਤੀ ਮੈਂ ਤੇਰੀ ਸਿਕਦਾਰੀ। ਐ ਮਨੁੱਖ, ਇਸ ਧਰਤੀ ਉੱਤੇ 1,84 ਲੱਖ ਜੂਨਾਂ ਵਿੱਚ ਤੇਰੀ ਸਰਦਾਰੀ ਹੈ। ਮਨੁੱਖਾ ਦੇਹੀ ਨਾਲੋਂ ਤਾਕਤਵਰ ਧਰਤੀ ਉੱਤੇ ਜਾਨਵਰ ਬਹੁਤ ਨੇ। ਇੱਕ ਹਾਥੀ, ਉਹਦੇ ਵਿੱਚ 20-25 ਬੰਦਿਆਂ ਜਿੰਨੀ ਤਾਕਤ ਹੈ। ਮਾਫ ਕਰਿਓ, 50 ਬੰਦੇ ਵੀ ਇਕੱਠੇ ਹੋ ਕੇ ਹਾਥੀ ਨੂੰ ਪਕੜ ਕੇ ਢਾਉਣਾ ਚਾਹਣ ਤੇ ਹਾਥੀ ਨੂੰ ਸੁੱਟਿਆ ਨਹੀਂ ਜਾ ਸਕਦਾ। ਤਾਕਤ ਮਨੁੱਖ ਨਾਲੋਂ ਕਿਤੇ ਜ਼ਿਆਦਾ। ਬਲਸ਼ਾਲੀ, ਤਾਕਤਵਰ ਤੇ ਖੁਨਖਾਰ ਰੱਬ ਨੇ ਸ਼ੇਰ ਦੀ ਜੂਨ ਵਿੱਚ ਬੱਬਰ, ਸ਼ੇਰ, ਟਾਈਗਰ ਇੰਨੇ ਤਾਕਤਵਰ ਬਣਾਏ ਨੇ ਕਿ ਮਨੁੱਖ ਤੋਂ ਡਰਦਾ ਹੈ। ਤਾਕਤ ਵਿੱਚ ਉਹ ਜਾਨਵਰ ਜ਼ਰੂਰ ਤਕੜੇ ਨੇ ਮਨੁੱਖ ਦੇ ਨਾਲੋਂ, ਪਰ ਖਿਆਲ ਕਰਿਓ ਰੱਬ ਨੇ ਸਭ ਤੋਂ ਵੱਡੀ ਤਾਕਤ ਸਿਕਦਾਰੀ ਬੰਦੇ ਨੂੰ ਕਿਉਂ ਦਿੱਤੀ? ਇਹਨੂੰ ਬੁੱਧੀ, ਦਿਮਾਗ, ਤੀਖਣ ਬੁੱਧੀ ਦੇ ਦਿੱਤੀ। ਉਸ ਬੁੱਧੀ ਦੇ ਬਲ ਨਾਲ ਇਹ ਤਕੜੇ ਹਾਥੀ ਨੂੰ ਵੀ ਸਰਕਸ ਵਿੱਚ ਨਾਚ ਕਰਾ ਦਿੰਦਾ। ਸਰਕਸ ਵਿੱਚ ਨਾਚ ਕਰਾ ਰਿਹਾ ਹੈ ਸਿਰਫ ਮਨੁੱਖ ਬੁੱਧੀ ਦੇ ਤਲ ਤੇ। ਸ਼ੇਰ ਨੂੰ ਪਕੜ ਕੇ ਪਿੰਜਰੇ ਵਿੱਚ ਬੰਦ ਕਰ ਲੈਂਦਾ ਬੰਦਾ ਬੁੱਧੀ ਦੇ ਬਲ ਤੇ। ਸਾਹਿਬ ਕਹਿੰਦੇ ਤੈਨੂੰ ਮਾਨਸ ਦੇਹੀ ਸਿਕਦਾਰੀ ਇਸ ਲਈ ਦਿੱਤੀ, ਤੂੰ ਸਭ ਜੀਵਾਂ ਦਾ ਸਰਦਾਰ ਤਾਂ ਵੇ ਕਿਉਂਕਿ ਤੈਨੂੰ ਬੁੱਧੀ, ਦਿਮਾਗ, ਅਕਲ ਦਿੱਤੀ ਹੈ। ਇਹ ਬੁੱਧ ਚਿੱਤ ਦੀ ਗੱਲ ਉਹਨਾਂ ਜੀਵਾਂ ਵਿੱਚ ਨਹੀਂ। ਉਹ ਜਨਮ ਭੋਗਦੇ ਨੇ ਪਰ ਬੁੱਧ ਉਹਨਾਂ ਦੇ ਵਿੱਚ ਕੰਮ ਨਹੀਂ ਕਰਦੀ। ਵਿਵੇਕ, ਬੁੱਧ, ਚੇਤਨਤਾ ਸਿਰਫ ਮਨੁੱਖ ਨੂੰ ਦਿੱਤੀ ਹੋਈ ਹੈ। ਸੋਚਣ ਸ਼ਕਤੀ ਸਿਰਫ ਮਨੁੱਖ ਦੇ ਕੋਲ ਹੈ। ਇਸ ਲਈ ਸਾਹਿਬ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਫਿਰ ਜੇ 1,84 ਲੱਖ ਜੂਨਾਂ ਦਾ ਸਰਦਾਰ ਹੈ, ਜੇ ਇਹ ਹਾਥੀ ਤੇ ਸ਼ੇਰ ਵਰਗੀਆਂ ਤਾਕਤਵਰ ਜਾਨਵਰਾਂ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ, ਇਹਦਾ ਮਤਲਬ ਇਹਦਾ ਕੰਮ ਵੀ ਉਹਨਾਂ ਨਾਲੋਂ ਅਲੱਗ ਹੋਣਾ ਚਾਹੀਦਾ। ਜੇ ਰੱਬ ਨੇ ਸਰਦਾਰ ਬਣਾਇਆ, ਸਿਕਦਾਰੀ ਦਿੱਤੀ, ਸਭ ਨਾਲੋਂ ਸ੍ਰੇਸ਼ਟ ਸਾਨੂੰ ਬਣਾਇਆ, ਫਿਰ ਸਾਡਾ ਕੰਮ ਅਲੱਗ ਹੋਣਾ ਚਾਹੀਦਾ। ਖਿਆਲ ਕਰਿਓ, ਮਾਨਸ ਦੇਹੀ ਲੈ ਕੇ, ਜਨਮ ਲੈ ਕੇ ਬੱਚੇ ਪਾਲ ਦੇਣੇ, ਕਾਰੋਬਾਰ ਕੀਤਾ, ਕੰਮ ਕੀਤਾ, ਕਮਾਈ ਕੀਤੀ, ਪੈਸਾ ਜੋੜਿਆ, ਘਰ ਬਣਾਇਆ, ਬੱਚੇ ਪਾਲੇ, ਇਹ ਮਨੁੱਖਾ ਦੇਹੀ ਦਾ ਪਰਪਸ ਨਹੀਂ ਹੈ। ਇਹ ਮਨੁੱਖਾ ਦੇਹੀ ਦਾ ਮਨੋਰਥ ਨਹੀਂ ਸੀ। ਇਹ ਇਨਸਾਨ ਤੋਂ ਧਰਤੀ ਉੱਤੇ ਜਨਮ ਲੈ ਕੇ ਘਰ ਬਣਾਉਣ ਵਾਸਤੇ ਇਕੱਲਾ ਨਹੀਂ ਸੀ ਆਇਆ, ਬੱਚੇ ਪਾਲਣ ਵਾਸਤੇ ਨਹੀਂ ਸੀ ਆਇਆ। ਇਹ ਠੀਕ ਹੈ, ਇਨਸਾਨੀ ਤੌਰ ਤੇ ਤੇਰਾ ਧਰਮ ਸੀ,
ਤੂੰ ਆਪਣੇ ਤੇ ਆਪਣੇ ਬੱਚਿਆਂ ਲਈ ਘਰ ਵੀ ਬਣਾਵੇਂ ਤੇ ਬੱਚੇ ਵੀ ਪਾਲੇ, ਪਰ ਜੇ ਤੂੰ ਕਵੇਂ ਇਹ ਤੇਰਾ ਮਨੋਰਥ ਸੀ ਤੇ ਮਨੋਰਥ ਪਰਪਸ ਨਹੀਂ, ਕਿਉਂ? ਇਹ ਕੰਮ ਤੇ ਜਾਨਵਰ ਤੇ ਪੰਛੀ ਵੀ ਕਰਦੇ ਨੇ। ਪੰਛੀ ਵੀ ਆਪਣੇ ਬੱਚੇ ਪਾਲਦੇ ਨੇ, ਸਵੇਰੇ ਪ੍ਰਵਾਜ਼ ਭਰਦੇ ਨੇ, 100-100 ਮੀਲ ਦੂਰ ਉੱਡਦੇ ਨੇ, ਆਪਣਾ ਪੇਟ ਭਰਨਗੇ ਤੇ ਸ਼ਾਮੀ ਸੂਰਜ ਮਿਟਣ ਵੇਲੇ ਪੰਛੀਆਂ ਦੀਆਂ ਡਾਰਾਂ ਜੰਗਲ ਨੂੰ ਆਪਣੇ ਆਲਣਿਆਂ ਨੂੰ ਪਰਤਦੀਆਂ ਨੇ। ਉਹਨਾਂ ਪੰਛੀਆਂ ਦੇ ਮੂੰਹ ਵਿੱਚ ਦਾਣੇ ਹੁੰਦੇ ਨੇ, ਕਾਦੇ ਵਾਸਤੇ? ਜਿਹੜੇ ਬੋਟ ਬੱਚੇ ਘਰ ਆਲਣਿਆਂ ਵਿੱਚ ਨੇ ਉਹਨਾਂ ਦੇ ਮੂੰਹ 'ਚ ਲਿਆ ਕੇ ਪਾਉਂਦੇ ਨੇ। ਬੰਦਾ ਵੀ ਸਵੇਰੇ ਉੱਠਦਾ ਹੈ, ਆਪਣੇ ਕਿੱਤੇ ਕਾਰੋਬਾਰ ਉੱਤੇ ਜਾਂਦਾ ਹੈ, ਬਿਜ਼ਨਸ ਤੇ ਜਾਂਦਾ ਹੈ, ਸਾਰਾ ਦਿਨ ਕਮਾਈ ਕਰਦਾ ਹੈ ਆਪਣੇ ਲਈ ਵੀ, ਤੇ ਸ਼ਾਮਾਂ ਨੂੰ ਕਮਾ ਕੇ ਘਰ ਪਰਤਦਾ। ਕਿਹਦੀ ਖਾਤਰ? ਆਪਣੇ ਬੱਚਿਆਂ ਲਈ ਕਮਾ ਕੇ ਲਿਆ ਰਿਹਾ ਹੈ, ਆਪਣੇ ਪਾਲਣ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੇ ਵਾਸਤੇ ਉਹਨੇ ਧਨ ਕਮਾਈ ਕੀਤੀ। ਸਵੇਰੇ ਸੂਰਜ ਚੜ੍ਹਿਆ ਤੇ ਸ਼ਾਮੀ ਸੂਰਜ ਮਿਟਣ ਤੱਕ ਕਮਾਈ ਕਰਕੇ ਘਰ ਨੂੰ ਮੋੜ ਆਇਆ। ਉਹ ਬੰਦਿਆ, ਤੇਰੇ ਵਿੱਚ ਤੇ ਉਹਨਾਂ ਜਾਨਵਰ ਪੰਛੀਆਂ ਵਿੱਚ ਕੀ ਫਰਕ? ਉਹ ਵੀ ਆਪਣੇ ਬੱਚਿਆਂ ਲਈ ਕਮਾਈ ਕਰਕੇ ਆਏ ਤੇ ਤੂੰ ਵੀ ਆਪਣੇ ਬੱਚਿਆਂ ਲਈ। ਉਹ ਜਾਨਵਰ ਪੰਛੀ ਵੀ ਆਪਣਾ ਘਰ ਆਲਣਾ ਬਣਾਉਂਦੇ ਨੇ ਤੇ ਪੈਸੇ ਜੋੜ ਕੇ ਘਰ ਤੂੰ ਵੀ ਬਣਾ ਰਿਹਾ, ਫਿਰ ਤੇਰੇ ਵਿੱਚ ਤੇ ਉਹਨਾਂ ਪੰਛੀ, ਉਹਨਾਂ ਜਾਨਵਰਾਂ ਵਿੱਚ ਕੀ ਫਰਕ? ਵੀ ਜਿਹੜਾ ਇਹੋ ਜਿਹਾ ਪੰਛੀ ਹੈ ਉਹ ਇੰਨਾ ਸੁੰਦਰ ਆਲਣਾ ਬਣਾਉਂਦਾ, ਮੀਂਹ ਕਿੰਨਾ ਵੀ ਪਵੇ ਉਹਦੇ ਆਲਣੇ ਵਿੱਚ ਬੂੰਦ ਪਾਣੀ ਦੀ ਨਹੀਂ ਜਾਂਦੀ, ਇੰਨੀ ਟੈਕਨੀਕ ਹੈ ਉਹਦੀ ਚੁੰਝ ਵਿੱਚ ਬਣਾਉਣ ਦੀ। ਘਰ ਤੂੰ ਵੀ ਬਣਾਉਣਾ, ਪੱਕੇ ਲੈਂਟਰ ਪਾਉਣਾ, ਵਿੱਚ ਹੋਰ ਕਿੰਨਾ ਕੁਝ ਪਾ ਰਿਹਾ, ਇਹ ਕਿਤੇ ਚੋਵੇ ਨਾ, ਇਹ ਬੈਠ ਨਾ ਜਾਏ, ਨੀ ਕਿੰਨੀ ਡੂੰਘੀ ਰੱਖਦਾ, ਤੇਰੇ ਤੋਂ ਬਾਅਦ ਤੇਰੇ ਪੋਤਿਆਂ ਤੱਕ ਕੰਮ ਆਏ। ਭਲਿਆ, ਬਣਾਉਣ ਵਿੱਚ ਕੋਈ ਹਰਜ ਨਹੀਂ, ਬੱਚੇ ਪਾਲਣਾ ਤੇਰਾ ਧਰਮ ਸੀ, ਪਰ ਚੇਤੇ ਰੱਖ ਇਹ ਤੇਰਾ ਲਾਈਫ ਪਰਪਸ, ਤੇਰਾ ਜੀਵਨ ਮਨੋਰਥ ਨਹੀਂ ਸੀ। ਕਿਉਂ? ਇਹ ਤੇ ਰੱਬ ਦੇ ਪੈਦਾ ਕੀਤੇ ਪੰਛੀ ਜਾਨਵਰ ਵੀ ਕਰ ਰਹੇ ਨੇ। ਤੇ ਮਹਾਰਾਜ ਜੀ, ਫਿਰ ਸਾਡਾ ਮਨੋਰਥ ਕੀ ਹੈ? ਕਹਿੰਦੇ ਨੇ ਤੈਨੂੰ 84 ਲੱਖ ਜੂਨਾਂ ਦਾ ਸਰਦਾਰ ਬਣਾਇਆ, ਤੈਨੂੰ ਸੋਚਣ ਸ਼ਕਤੀ ਦਿੱਤੀ, ਸਭ ਕੁਝ ਤੇਰੇ ਹੁਕਮ ਵਿੱਚ ਕੀਤਾ। ਉਹ ਬੰਦਿਆ, ਰੱਬ ਨੇ ਤੈਨੂੰ ਆਪਣੀ ਜੋਤ, ਆਪਣਾ ਰੂਪ ਦੇ ਕੇ ਧਰਤੀ ਤੇ ਇਹ ਆਖਰੀ ਪੌੜਾ ਦਿੱਤਾ ਸੀ, ਪਰ ਤੂੰ ਭੁੱਲ ਗਿਆ। ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਹੁਣ ਤੂੰ ਉੱਕਣ ਕਰਕੇ ਫਿਰ ਦੁਬਾਰਾ ਜਨਮ ਮਰਨ ਵਿੱਚ ਆ ਰਿਹਾ। ਇੱਕ ਖਿਆਲ ਕਰਿਓ, ਕੀ ਇਸ ਗੱਲ ਦਾ ਕੋਈ ਪ੍ਰਮਾਣ ਹੈ ਕਿ ਆਪਾਂ ਇੱਕ ਘੱਟ 84 ਲੱਖ ਜੂਨਾਂ ਭੋਗ ਲਈਆਂ ਨੇ? ਕਿਉਂਕਿ ਪੜ੍ਹੀ ਲਿਖੀ ਜਨਰੇਸ਼ਨ ਹੈ, ਔਰ ਇਸ ਗੱਲ ਤੇ ਤਰਕ ਹੋਏਗਾ ਕਿ ਇੱਕ ਘੱਟ 84 ਲੱਖ ਜੂਨਾਂ ਆਪਾਂ ਭੋਗ ਚੁੱਕੇ ਆ। ਇਸ ਗੱਲ ਦਾ ਕੋਈ ਪ੍ਰਮਾਣ ਹੈ ਕਿ ਆਖਰੀ ਮੌਕਾ ਹੈ? ਇਸ ਗੱਲ ਦਾ ਕੋਈ ਪ੍ਰਮਾਣ ਹੈ ਕਿ ਆਖਰੀ ਪੌੜਾ ਹੈ? ਇਸ ਗੱਲ ਦਾ ਕੋਈ ਪ੍ਰਮਾਣ ਹੈ ਕਿ ਜਿਹੜੀਆਂ ਜੂਨਾਂ ਜਨਮ ਰੱਬ ਨੇ ਬਣਾਏ ਉਹ ਆਪਾਂ ਭੋਗ ਕੇ ਹੁਣ ਇੱਥੇ ਪਹੁੰਚੇ? ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪੁੱਛਿਓ, ਤੁਸੀਂ ਰੋਜ਼ ਆਨੰਦ ਸਾਹਿਬ ਦਾ ਪਾਠ ਕਰਦੇ ਹੋ, ਗੁਰੂ ਅਮਰਦਾਸ ਮਹਾਰਾਜ ਤੋਂ ਪੁੱਛਿਓ, ਪਾਤਸ਼ਾਹ ਕੀ ਇਹ ਸੱਚ ਹੈ? ਤਾਂ ਹਜ਼ੂਰ ਕਹਿੰਦੇ ਨੇ, ਭਲਿਆ ਇਹ ਸੱਚ ਹੈ। ਇਸ ਧਰਤੀ ਤੇ ਆਇਆ ਕਈ ਯੁੱਗ, ਕਈ ਸਦੀਆਂ ਗੁਜ਼ਰ ਗਈਆਂ, ਤੂੰ ਧਰਤੀ ਤੇ ਉਦੋਂ ਦਾ ਆਇਆ ਹੋਇਆ, ਪਰ ਉਦੋਂ ਤੂੰ ਕਈ ਹੋਰ ਜੂਨਾਂ ਜਨਮਾਂ ਵਿੱਚ ਭਟਕਦਾ ਸੀ, ਹੁਣ ਮਾਨਸ ਦੇਹੀ ਮਿਲੀ ਹੈ। ਮਹਾਰਾਜ ਕਿੱਥੇ ਲਿਖਦੇ ਹੋ? ਤਾਂ ਹਜ਼ੂਰ ਕਹਿੰਦੇ ਨੇ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਜਦੋਂ ਰੱਬ ਨੇ ਸ੍ਰਿਸ਼ਟੀ ਦਾ ਮੂਲ ਰਚਿਆ, ਸੰਸਾਰ ਸ਼ੁਰੂ ਕੀਤਾ, ਉਦੋਂ ਸਾਡੇ ਵਿੱਚ ਜੋਤ ਰੱਖ ਕੇ ਜਨਮ ਦੇ ਕੇ ਧਰਤੀ ਤੇ ਭੇਜ ਦਿੱਤਾ। ਉਦੋਂ ਫਿਰ ਕਿੱਥੇ ਸੀ? ਹਜ਼ੂਰ ਕਹਿੰਦੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹ ਦੇ ਸੰਜਰੀਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਇਹ ਤੈਨੂੰ ਦੇਹ ਜਿਹੜੀ ਪ੍ਰਾਪਤ ਹੋਈ, ਇਹ ਮਾਨਸ ਦੇਹੀ ਇੰਨੇ ਜਨਮਾਂ ਤੋਂ ਬਾਅਦ ਮਿਲੀ ਹੈ। ਤੇ ਸੁਣ, ਇਹ ਦੇਹੀ ਤੈਨੂੰ ਕਿਉਂ ਪ੍ਰਾਪਤ ਹੋਈ ਹੈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆਖੋ ਸਤਨਾਮ ਸ੍ਰੀ
ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਿਉਂ ਪ੍ਰਾਪਤ ਹੋਈ ਦਹੀ? ਤਾਂ ਸਾਹਿਬ ਕਹਿੰਦੇ ਗੋਬਿੰਦ ਮਿਲਣ ਕੀ ਏ ਤੇਰੀ ਵਰੀਆ, ਇਹ ਤੇਰੀ ਵਾਰੀ ਹੈ ਰੱਬ ਨੂੰ ਮਿਲਣ ਦੀ। ਤੇ ਬਾਬਾ ਫਰੀਦ ਸਾਹਿਬ ਨੇ ਬੜੇ ਸਖਤ ਸ਼ਬਦਾਂ ਵਿੱਚ ਸਾਨੂੰ ਐ ਟਣਕਾ ਕੇ ਗੱਲ ਕਹੀ। ਮਹਾਰਾਜ ਕੀ ਕਹਿੰਦੇ ਹੋ? ਕਹਿੰਦੇ ਸੱਜਣਾ ਤੈਨੂੰ ਸਰੀਰ ਮਿਲਿਆ, ਰੱਬ ਨੂੰ ਮਿਲਣ ਦੀ ਬਾਰੀ ਸੀ, ਪਰ ਤੂੰ ਪਤਾ ਕੀ ਕੀਤਾ? ਦਿਨ ਦੇ 4 ਪਹਿਰ, ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ, ਜਦੋਂ ਤੇਰੀ ਜ਼ਿੰਦਗੀ ਦੇ 4 ਪਹਿਰ ਕੰਮ ਵਾਲੇ, ਜਦੋਂ ਤੋਂ ਅੱਖ ਖੁੱਲੀ ਰਾਤੀ ਘਰ ਸੌਣ ਤੱਕ, ਇਹ ਤੂੰ 4 ਪਹਿਰ ਖਾ ਕੇ ਹੀ ਲੰਘਾ ਦਿੱਤੇ। ਸਵੇਰੇ ਉੱਠਦਿਆਂ ਸਾਰ ਚਾਹ ਮਿਲੀ ਪੀ ਲਈ, ਨਾਸ਼ਤਾ ਦੇ ਦਿਓ, ਦੁਪਹਿਰ ਦਾ ਟਿਫਨ ਆਫਿਸ ਵਾਸਤੇ ਵੀ ਤਿਆਰ ਕਰ ਦਿਓ, ਸ਼ਾਮੀ ਆਫਿਸ ਆਉਣ ਤੋਂ ਪਹਿਲਾਂ ਪੁੱਛਦੇ ਹੋ ਕੀ ਬਣਿਆ, 4 ਪਹਿਰ ਖਾ ਕੇ ਗੁਜ਼ਾਰ ਦਿੱਤੇ। ਤੇ ਰਾਤ ਪਈ 4 ਪਹਿਰ ਸੌਂ ਕੇ ਗੁਜ਼ਾਰ ਦਿੱਤੇ। ਦਿਨ ਚੜ੍ਹਦਾ ਹੈ ਤੇ ਰਾਤ ਪੈ ਜਾਂਦੀ ਹੈ, ਰਾਤ ਪੈਂਦੀ ਹੈ ਤੇ ਘਰ ਦੇ ਬੱਚਿਆਂ ਵਿੱਚ ਬਹਿ ਕੇ ਖਾ ਪੀ ਕੇ ਸੌਣ ਤੋਂ ਬਾਅਦ ਰਾਤ ਗੁਜ਼ਾਰ ਦਿੰਨੇ। ਸੌਂ ਕੇ ਰਾਤ ਲੰਘ ਗਈ, ਖਾ ਕੇ ਪਹਿਨ ਕੇ ਬੋਲ ਕੇ ਤੇਰਾ ਦਿਨ ਲੰਘ ਗਿਆ। ਭਲਿਆ ਇਹ ਜੀਵਨ ਦੀ ਕਹਾਣੀ ਤੁਰਦੀ ਗਈ, ਦਿਨ ਦਿਨ ਕਰਕੇ, ਪਹਿਰ ਪਹਿਰ ਕਰਕੇ, ਮਹੀਨੇ ਕਰਕੇ, ਸਾਲ ਸਾਲ ਕਰਕੇ ਤੇਰੀ ਉਮਰ ਲੰਘਦੀ ਗਈ। ਬਾਬਾ ਫਰੀਦ ਸਾਹਿਬ ਕਹਿੰਦੇ ਸੁਚੇਤ ਹੋ, ਇੱਕ ਦਿਨ ਤੇਰੇ ਤੋਂ ਧਰਮ ਰਾਜ ਲਿਖਾ ਮੰਗੇਗਾ। ਮਹਾਰਾਜ ਕਿਸ ਗੱਲ ਦਾ? ਉਹ ਪੁੱਛਣਗੇ 4 ਪਹਿਰ ਖਾਂਦੇ ਗੁਜ਼ਾਰ ਦਿੱਤੇ, 4 ਪਹਿਰ ਤੋਂ ਦਿਨ ਦੇ ਸੌਂ ਕੇ, ਰਾਤ ਦੇ ਸੌਂ ਕੇ ਗੁਜ਼ਾਰ ਦਿੱਤੇ। ਦਿਨ ਕਰਕੇ, ਰਾਤ ਕਰਕੇ, ਬਾਹਰ ਕਰਕੇ, ਮਹੀਨੇ ਕਰਕੇ, ਸਾਲ ਕਰਕੇ ਤੇਰੀ ਉਮਰ ਲੰਘ ਗਈ। ਹੁਣ ਤੈਨੂੰ ਲਿਖਾ ਦੇਣਾ ਪੈਣਾ। ਸਾਹਿਬ ਕਹਿੰਦੇ ਫਰੀਦਾ 4 ਗਵਾਇਆ ਹੰਡ ਕੇ, 4 ਗਵਾਇਆ ਸਮ। ਸਮ ਦਾ ਅਰਥ ਸੌਂ ਕੇ, ਹੰਡ ਕੇ ਦਾ ਅਰਥ ਹੰਡਾ ਕੇ, ਖਾ ਕੇ, ਪਹਿਨ ਕੇ ਦਿਨ ਗੁਜ਼ਾਰ ਦਿੱਤਾ। 4 ਗਵਾਇਆ ਹੰਡ ਕੇ, 4 ਗਵਾਇਆ ਸਮ। ਲਿਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਰੱਬ ਤੇਰੇ ਕੋਲੋਂ ਲਿਖਾ ਪੁੱਛੇਗਾ ਕਿ ਤੂੰ ਕਿਹੜੇ ਕੰਮ ਆਇਆ ਸੀ। ਜਿਹੜੀ ਗੱਲ ਅੱਜ ਗੁਰੂ ਅਰਜਨ ਸਾਹਿਬ ਕਹਿੰਦੇ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਰੱਬ ਨੂੰ ਮਿਲਣ ਆਇਆ ਸੀ। ਲਿਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ ਧਰਤੀ ਤੇ ਆਇਆ ਸੀ। ਇਹ ਗੱਲ ਤੇ ਤੋਂ ਰੱਬ ਪੁੱਛੇਗਾ ਕਿ ਤੂੰ ਧਰਤੀ ਉੱਤੇ ਕੀ ਕੰਮ ਕਰਨ ਆਇਆ ਸੀ। ਇਹ ਤੈਨੂੰ ਸਰੀਰ ਮਿਲਿਆ ਸੀ, ਦੁਲੱਭ ਦੇ ਪਾਈ ਵਡਭਾਗੀ। ਨਾਮ ਨ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨਾ ਵਿਸਰਤ ਰਾਮ। ਨਾਮ ਬਿਹੂਣ ਜੀਵਨ ਕੌਣ ਕਾਮ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਉਹ ਤੇਰੇ ਰੱਬ ਦੇ ਨਾਮ ਤੋਂ ਬਗੈਰ ਹੋਰ ਕੋਈ ਕੰਮ ਹੀ ਨਹੀਂ ਸੀ। ਰੱਬ ਨੂੰ ਮਿਲਣ ਦੀ ਬਾਰੀ ਸੀ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਬੇ ਸਮੇਂ ਤੋਂ ਬਾਅਦ ਤੈਨੂੰ ਇਹ ਦੇਹੀ ਮਿਲੀ। ਕਿਉਂ? ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੁਰਮੁਖ ਮਾਨਸ ਜਨਮ ਦੁਲੰਭ, ਗੁਰਮੁਖ ਪਾਇਆ ਮਨ ਤਨ ਹੋਏ ਚਲੰਬ। ਜੇ ਸਤ ਗੁਰ ਪਾਇਆ, ਕਹਿੰਦੇ ਇਹ ਦੇਹੀ ਮਿਲੀ ਸੀ ਰੱਬ ਨੂੰ ਮਿਲਣ ਲਈ। ਭਲਿਆ ਤੂੰ ਸੰਸਾਰ ਵਿੱਚ ਵਿਅਰਥ ਗਵਾ ਦਿੱਤੀ। 4 ਪਹਿਰ ਦਿਨ ਦੇ ਖਾ ਪਹਿਨ ਕੇ ਹੰਡਾ ਦੇਣਾ, ਰਾਤ ਪੈਂਦੀ ਸੌਂ ਕੇ ਲੰਘਾ ਦੇਣਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਜੋ ਵਨ ਫਲ ਪੱਕ ਕੇ ਭੋਏ ਗਿਰੇ, ਬੋਹਰ ਨਾ ਲਾਗੇ ਡਰ। ਭਾਈ ਗੁਰਦਾਸ ਸਾਹਿਬ ਹੋਰਾਂ ਇੱਕ ਗੱਲ ਬੜੀ ਪਿਆਰੀ ਲਿਖੀ। ਕਹਿੰਦੇ ਇਸ ਗੱਲ ਦਾ ਲੇਖਾ ਤੇਰੇ ਕੋਲੋਂ ਪੁੱਛਿਆ ਜਾਣਾ, ਤੂੰ ਕਿਉਂ ਆਇਆ ਸੀ। ਤੇ ਯਾਦ ਰੱਖ, ਮਾਂ ਭਾਵੇਂ ਲੱਖ ਸਿਫਤਾਂ ਕਰੀ ਜਾਏ ਕਿ ਮੇਰੀ ਧੀ ਬੜੀ ਸਿਆਣੀ ਹੈ, ਇਹਨੂੰ ਦਾਲ ਸਬਜ਼ੀ ਬੜੀ ਸੋਹਣੀ ਬਣਾਣੀ ਆਉਂਦੀ ਹੈ, ਪ੍ਰਸ਼ਾਦੇ ਬੜੇ ਸੋਹਣੇ ਬਣਾਉਂਦੀ, ਇਹ ਤੇ ਜੀ ਕੰਮ ਕਰ ਫਲਾਨਾ ਵੀ ਆਉਂਦਾ, ਆ ਵੀ ਆਉਂਦਾ, ਮਿੱਠ ਬੋਲਣੀ, 20 ਗੱਲਾਂ ਮਾਂ ਸਿਫਤ ਕਰਦੀ ਆਪਣੀ ਧੀ ਦੀਆਂ। ਪਰ ਮਾਫ ਕਰਿਓ, ਇਹ ਸੱਚ ਹੈ, ਮਾਂ ਦੀ ਕੀਤੀ ਸਿਫਤ ਉਦਣ ਪਰਦਾ ਖੁੱਲ ਜਾਂਦਾ ਜਿੱਦਣ ਧੀ ਸਹੁਰੇ ਘਰ ਜਾਂਦੀ ਹੈ। ਗੁਣਾਂ ਦੀ ਕਦਰ ਸਹੁਰੇ ਘਰ ਜਾ ਕੇ ਪਤਾ ਲੱਗੇਗੀ। ਪੇਕੇ ਘਰ ਵਿੱਚ ਮਾਂ ਲਾਡ ਕਰਦੀ ਹੈ, ਧੀ ਦਾ ਦੇਰ ਨਾਲ ਉੱਠਣਾ ਮਾਂ ਲਾਡ ਕਰੇਗੀ।
ਭਰਾ ਭਰਜਾਈਆਂ ਲਾਡ ਕਰਨਗੀਆਂ। ਜੇ ਘਰ ਵਿੱਚ ਸਬਜ਼ੀ ਨਾ ਬਣਾਣੀ ਆਵੇ, ਮਾਂ ਕਦੇ ਧੀ ਨੂੰ ਕੋਸਦੀ ਨਹੀਂ ਹੈ। ਭਰਾ ਭਰਜਾਈਆਂ ਲਾਡ ਕਰਨਗੇ, ਕੋਈ ਗੱਲ ਨਹੀਂ, ਸਿੱਖ ਜਾਏਗੀ, ਅਜੇ ਬੱਚੀ ਆ। ਇੰਨੀ ਗੱਲ ਕਹਿ ਕੇ ਮਾਂ ਟਾਲ ਦੇਗੀ, ਭਰਾ ਟਾਲ ਦੇਣਗੇ। ਪੇਕੇ ਘਰ ਵਿੱਚ ਕੋਈ ਚੀਜ਼ ਟੁੱਟ ਜਾਏ ਤੇ ਮਾਂ ਭੈਣ ਭਰਾ ਭਰਜਾਈਆਂ ਲਾਡ ਕਰਨਗੀਆਂ। ਮਾਫ ਕਰਿਓ, ਸਹੁਰੇ ਘਰ ਚਲੀ ਜਾਏ ਦੇਰ ਨਾਲ ਉੱਠਣਾ ਵੀ ਔਗਣ ਗਿਣਿਆ ਜਾਂਦਾ। ਜਦੋਂ 4 ਬੰਦਿਆਂ 'ਚ ਗੱਲ ਹੁੰਦੀ, ਪਹਿਲੀ ਗੱਲ ਕਹਿਣਗੇ ਜੀ ਉੱਠਦੀ ਤੇ 10 ਵਜੇ ਹੈ। ਜਦੋਂ ਮਾਂ ਦੇ ਘਰ ਉੱਠਦੀ ਸੀ ਉਦੋਂ ਲਾਡ ਸੀ, ਪਰ ਜਦੋਂ ਸਹੁਰੇ ਘਰ ਚਲੀ ਗਈ ਉਦਣ ਸਹੁਰੇ ਘਰ ਦੇ ਵਿੱਚ ਲਾਡ ਨਹੀਂ, ਉਹਦੇ ਗੁਣ ਤੇ ਔਗਣ ਪਰਖੇ ਜਾਣਗੇ। ਲੋਕ ਵਿੱਚ ਵਿਚਰਨ ਵਾਲਿਆ, ਲੱਖ ਕਈ ਚੱਲ ਮੈਂ ਨੇਮ ਬੜਾ ਕਰਦਾ, ਲੱਖ ਕਈ ਚੱਲ ਮੈਂ ਚੰਗੇ ਕੰਮ ਬੜੇ ਕਰਦਾ, ਲੱਖ ਕਈ ਚੱਲ ਮੈਂ ਪੁੰਨ ਦਾਨ ਬੜਾ ਕਰਦਾ, ਲੱਖ ਕਹਿ ਮੈਂ ਫਲਾਨੇ ਦੀ ਮਦਦ ਕੀਤੀ। ਜਿੱਦਣ ਆ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ, ਉਦਣ ਤੇਰੇ ਲਿਖੇ ਹਿਸਾਬ ਵਿੱਚ ਵੇਖਿਆ ਜਾਣਾ ਕਿ ਸੱਚ ਕੀ ਹੈ। ਉਦਣ ਉੱਥੇ ਗੁਣ ਪਰਖੇ ਜਾਣਗੇ। ਭਾਈ ਗੁਰਦਾਸ ਸਾਹਿਬ ਕਹਿੰਦੇ, ਨਹਿਰ ਕੋ ਕੁਵਾਰ ਕੰਨਿਆ ਲਾਡਲੀ ਕੇ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮੰਨੀਏ। ਉੱਥੇ ਤਾਂ ਗੁਣਾ ਕਰਕੇ ਵਸੇਬਾ ਹੋਣਾ, ਉੱਥੇ ਲਾਡ ਨਹੀਂ ਮੰਨਿਆ ਜਾਂਦਾ ਸਹੁਰੇ ਘਰ। ਭਲਿਆ ਇਸੇ ਕਰਕੇ ਲੋਕ ਵਿੱਚ ਤੂੰ ਜੋ ਮਰਜ਼ੀ ਆਪਣੇ ਆਪ ਨੂੰ ਸਮਝੀ ਚੱਲ, ਲੋਕਾਂ ਦੇ ਸਾਹਮਣੇ ਪੇਸ਼ ਕਰੀ ਚੱਲ ਕਿ ਮੈਂ ਇੰਨਾ ਵੱਡਾ ਦਾਨੀ, ਇੰਨਾ ਵੱਡਾ ਚੰਗਾ ਇਨਸਾਨ, ਪਰ ਜਿੱਦਣ ਦਰਗਾਹ 'ਚ ਜਾਣਾ ਉਦਣ ਪਤਾ ਲੱਗਣਾ। ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਤੈਨੂੰ ਇਹ ਗੱਲ ਉੱਥੇ ਸਮਝ ਪਏਗੀ। ਅਗਲੀ ਉਦਾਹਰਨ ਬੜੀ ਪਿਆਰੀ, ਕਹਿੰਦੇ ਕੋਈ ਵਪਾਰ ਵਣਜ ਕਰਨ ਵਾਸਤੇ ਦੇਸ਼ ਤੋਂ ਵਿਦੇਸ਼ ਚਲਾ ਜਾਏ, ਜੇ ਤੇ ਕਮਾਈ ਕਰਕੇ ਆਵੇ, ਉਹਦੀ ਕਮਾਈ ਉਦਣ ਦਿਸਦੀ ਹੈ ਜਿੱਦਣ ਉਹ ਕਾਰ ਵੀ ਲੈਂਦਾ, ਕੋਠੀ ਵੀ ਪਾਉਂਦਾ। ਤੇ ਮਾਫ ਕਰਿਓ, ਜੇ ਉਹਨੇ ਕਮਾਈ ਨਹੀਂ ਕੀਤੀ, ਮਾਂ ਪਿਓ ਨੂੰ ਕੋਲੋਂ ਟਿਕਟ ਦੇ ਪੈਸੇ ਭੇਜ ਕੇ ਉਹਨੂੰ ਸੱਦਣਾ ਪੈਂਦਾ। ਨਾ ਉਹਦੀ ਸਮਾਜ ਵਿੱਚ ਕਦਰ, ਨਾ ਰਿਸ਼ਤੇਦਾਰੀ ਵਿੱਚ ਉਹਦੀ ਸ਼ੋਭਾ। ਇੱਕ ਖਿਆਲ ਕਰਿਓ, ਬੜੇ ਸਾਡੇ ਪਰਮ ਮਿੱਤਰ ਨੇ, ਉਹਨਾਂ ਦਾ ਬੇਟਾ, ਉਹਨੇ ਪਿਛਲੇ ਤੋਂ ਪਿਛਲੇ ਸਾਲ, 1.5 ਸਾਲ ਹੋ ਗਿਆ, ਟਿਕਟ ਇੱਧਰੋਂ ਘੱਲ ਕੇ ਕਿਸੇ ਨੂੰ ਕਿਹਾ ਵੀ ਇਹਨੂੰ ਇੱਧਰ ਚੜਾ ਦਿਓ। ਉਹ ਜਿਹੜਾ ਉਧਰ ਸੱਜਣ ਸੀ ਉਹ ਕਹਿੰਦਾ ਵੀ ਮੰਗਾ ਲਓ ਜੇ ਮੰਗਾ ਸਕਦੇ ਹੋ, ਇਹ ਹੁਣ ਇਹਦਾ ਐਂਡ ਹੈ। ਆ ਵੀ ਨਸ਼ਾ ਕਰਨ ਲੱਗ ਪਿਆ, ਚੋਰੀ ਵੀ ਕਰਨ ਲੱਗ ਪਿਆ, ਹੁਣ ਇੱਥੇ ਇਹਦਾ ਕੋਈ ਸਹਾਰਾ ਨਹੀਂ। ਜੇ ਚਾਹੁੰਦੇ ਹੋ ਤੁਹਾਡਾ ਬੱਚਾ ਬਚ ਜਾਏ ਤੇ ਆਉਣ ਜੋਗਾ ਇੰਡੀਆ ਰਹਿ ਜਾਏ, ਇਹਨੂੰ ਮੰਗਾ ਲਓ ਕਿਸੇ ਤਰ੍ਹਾਂ, ਟਿਕਟ ਮੈਂ ਲਾ ਦਿੰਨਾ। ਇੱਧਰੋਂ ਮਾਂ ਪਿਓ ਨੇ ਟਿਕਟ ਘੱਲੀ ਕਿ ਚਲੋ ਇੱਕੋ ਇੱਕ ਬੱਚਾ ਇੱਧਰ ਸੁਧਾਰ ਲਾਂਗੇ, ਸਾਡੀ ਨਜ਼ਰ ਵਿੱਚ ਰਹੇਗਾ, ਉਧਰ ਤੇ ਡਰ ਭੈ ਕੋਈ ਨਹੀਂ। ਉਹਨੇ ਟਿਕਟ ਕੋਲੋਂ ਭੇਜ ਕੇ ਵਾਪਸ ਮੰਗਾਇਆ। ਤੇ ਖਿਆਲ ਕਰਿਓ, ਇੰਗਲੈਂਡ ਤੋਂ ਕੋਈ ਯੂਕੇ ਤੋਂ ਆਇਆ ਹੋਵੇ ਬੱਚਾ, ਤੇ ਦੱਸ ਦਿਓ ਕਿ ਉਸ ਬੱਚੇ ਦਾ ਰਿਸ਼ਤਾ ਨਾ ਹੁੰਦਾ ਹੋਵੇ। ਬੱਚਾ ਆਇਆ ਹੋਵੇ, ਉਸ ਲੜਕੇ ਦਾ ਰਿਸ਼ਤਾ ਨਾ ਹੋਵੇ, ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਇੰਗਲੈਂਡ ਤੋਂ ਆਇਆ ਹੋਵੇ, ਦੁਨੀਆ ਇੰਨੀ ਲੋਭ ਲਾਲਚ ਵਿੱਚ ਫਸ ਗਈ ਹੈ। ਨੌਜਵਾਨ ਦੀ ਬੱਚੇ ਦੀ ਤੇ ਗੱਲ ਛੱਡੋ, ਗੁਸਤਾਖੀ ਮਾਫ, ਇੱਥੇ 40 ਸਾਲ ਦਾ ਵੀ ਇੰਗਲੈਂਡ ਤੋਂ ਆ ਜਾਏ, ਲੋਕ ਜਾ ਕੇ ਰਿਸ਼ਤਾ ਪੁੱਛਣ ਲੱਗ ਜਾਂਦੇ। 40 ਸਾਲ ਦਾ ਵੀ ਆ ਜਾਏ ਤੇ ਆਪਣੀ 20 ਸਾਲ ਦੀ ਬੱਚੀ ਦਾ ਵੀ ਰਿਸ਼ਤਾ ਦੁਨੀਆ ਕਰਨ ਨੂੰ ਤਿਆਰ ਹੋ ਜਾਏਗੀ। ਇੰਨੇ ਲੋਕ ਲੋਭ ਤੇ ਲਾਲਚ ਦੇ ਵਸ ਪੰਜਾਬ ਵਿੱਚ ਰਹਿੰਦੇ। ਗੁਸਤਾਖੀ ਮਾਫ, ਉਹ ਬੱਚੇ ਦੀ ਉਮਰ 24-25 ਸਾਲ ਦੀ ਹੈ, 1.5 ਸਾਲ ਹੋ ਗਿਆ ਉਹਨੂੰ ਇੰਗਲੈਂਡ ਤੋਂ ਆਇਆ, ਅੱਜ ਤੱਕ ਰਿਸ਼ਤਾ ਨਹੀਂ ਹੋਇਆ। ਪਤਾ ਕਿਉਂ? ਸਮਾਜ ਕਦਰ ਨਹੀਂ, ਆਦਰ ਸਤਕਾਰ ਨਹੀਂ ਉਹਨਾਂ ਨੂੰ ਦਿੰਦਾ। ਜਿਹੜੇ ਲੋਕ ਆਪਣੀ ਲਾਈਫ ਦਾ ਪਰਪਸ ਨਹੀਂ ਸਮਝਦੇ, ਕਮਾਈ ਕੁਝ ਨਹੀਂ ਕੀਤੀ, ਮਾਪਿਆਂ ਨੂੰ 6-7 ਲੱਖ ਦੇ ਥੱਲੇ ਦੇ ਦਿੱਤਾ, ਨਸ਼ੇ ਕਰਨ ਲੱਗ ਪਿਆ। ਸਾਰੀ ਰਿਸ਼ਤੇਦਾਰੀ ਨੂੰ ਪਤਾ ਹੈ, ਸਾਰੇ ਸਮਾਜ ਨੂੰ ਪਤਾ ਹੈ, ਅੱਜ ਤੱਕ ਉਸ ਬੱਚੇ ਦਾ ਰਿਸ਼ਤਾ ਨਹੀਂ ਹੋਇਆ। ਉਹ ਕਹਿੰਦੇ ਨੇ ਚਲੋ ਇਹਦਾ ਵਿਆਹ ਕਰ ਦਈਏ ਕਿਸ ਤਰ੍ਹਾਂ, ਇੱਥੇ ਠੀਕ ਹੋ ਜਾਏ, ਹੋ ਨਹੀਂ ਸਕਿਆ। ਪਤਾ ਕਿਉਂ? ਕਿਉਂਕਿ ਕਮਾਈ ਕਰਕੇ ਨਹੀਂ ਆਇਆ। ਇਹੋ ਗੱਲ ਰੱਬ ਦੀ ਦਰਗਾਹ ਵਿੱਚ ਵਾਪਰਦੀ ਹੈ। ਇਸ ਧਰਤੀ ਉੱਤੇ ਤੂੰ ਗੁਣ ਇਕੱਠੇ ਕਰਨ ਆਇਆ, ਵਿਕਾਰ ਭੋਗ ਕੇ ਚਲਾ ਜਾਏਗਾ, ਨਸ਼ੇ ਕਰਕੇ ਚਲਾ ਜਾਏਗਾ। ਜ਼ਿੰਦਗੀ ਦਾ ਪਰਪਸ ਤੈਨੂੰ ਸਮਝ ਨਹੀਂ ਆਇਆ। ਉਹ ਮੰਦੇ ਕਰਮ ਕਰਨ ਵਾਲਿਆ, ਜਿੱਦਣ ਦਰਗਾਹ ਵਿੱਚ ਜਾਏਗਾ ਤੈਨੂੰ ਮਾਣ ਸਤਕਾਰ ਆਦਰ ਨਹੀਂ ਮਿਲੇਗਾ। ਕਿਉਂ? ਤੂੰ ਇੱਥੇ ਕਮਾਈ ਕਰਨ ਆਇਆ ਸੀ, ਕੀਤੀ ਨਹੀਂ। ਤੂੰ ਚੰਗੇ ਕਰਮ ਕਰਨ ਵਾਸਤੇ ਆਇਆ ਸੀ, ਕੀਤੇ ਨਹੀਂ। ਇੱਥੇ ਵਿਕਾਰ ਕੀਤੇ, ਲੋਭ ਕੀਤੇ, ਬੈਰ ਵਿਰੋਧ ਕੀਤੇ,
तेरी उम्र गुजर गई। मंदे कर्म करन वालिया मंदे अमल करेंदियां ये सजाए तिना उन्होंने रब की दरगाह विच सजा मिलती। इसलिए भलिया कदर उन्होंने हुंदी जिहड़े खट के आउंदे। भाई गुरदास साहब कहते बन जब हार लग जात है बदेश प्रानी कहिए सपूत लाभ लभत कयानी है। ਉਹਨੂੰ ਸਪੁੱਤਰ ਕਹਿੰਦੇ ਨੇ ਜਿਹੜਾ ਕਮਾਈ ਕਰਕੇ ਆਵੇ ਉਹਦੇ ਮਗਰ ਮਗਰ ਦੁਨੀਆ ਘੁੰਮਦੀ। ਜਿਹੜਾ ਦੁਨਿਆਵੀ ਕਮਾਈ ਕਰਕੇ ਆਵੇ ਭਲਿਆ ਤੂੰ ਰੱਬ ਦੇ ਨਾਂ ਦੀ ਕਮਾਈ ਕਰਕੇ ਤੇ ਵੇਖ ਸੰਸਾਰ ਨੂੰ ਛੱਡ ਨਿਰੰਕਾਰ ਵੀ ਤੇਰੇ ਮਗਰ ਹੋ ਜਾਏਗਾ। ਸੰਸਾਰ ਨੂੰ ਛੱਡ ਨਿਰੰਕਾਰ ਵੀ ਤੇਰੇ ਮਗਰ ਮਗਰ ਹੋ ਜਾਏਗਾ। ਬਾਬਾ ਕਬੀਰ ਸਾਹਿਬ ਕਹਿੰਦੇ ਜਦੋਂ ਦੀ ਇਹ ਨਾਮ ਦੀ ਕਮਾਈ ਹੋਈ ਹੁਣ ਰੱਬ ਵੀ ਮਗਰ ਮਗਰ ਘੁੰਮ ਰਿਹਾ। ਹੁਣ ਰੱਬ ਵੀ ਮਗਰ ਕਬੀਰ ਕਬੀਰ ਕਹਿ ਕੇ ਰੱਬ ਮਗਰ ਮਗਰ ਹੈ। ਕਹਿਣ ਤੋਂ ਭਾਵ ਤੂੰ ਕਮਾਈ ਕਰਕੇ ਵੇਖ ਨਾਮ ਦੀ। ਅੱਗੇ ਭਾਈ ਗੁਰਦਾਸ ਸਾਹਿਬ ਬਚਨ ਕਹਿੰਦੇ ਜੈਸੇ ਤੋ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ ਜੀਤ ਆਵੇ ਸੋਈ ਸੂਰੋ ਸੁਪਟ ਬਖਾਨੀ ਹੈ। ਆਪਣੇ ਘਰ ਕਹੀ ਜਾਵੇ ਕਿ ਕੋਈ ਨਹੀਂ ਮੈਂ ਬੜਾ ਤਾਕਤਵਰ ਆ। ਉਹਦੀ ਤਾਕਤ ਸੂਰਵੀਰ ਤਾਂ ਉਹ ਆ ਜਿਹੜਾ ਦੁਸ਼ਮਣ ਨਾਲ ਮੈਦਾਨੇ ਜੰਗ 'ਚ ਟੱਕਰ ਲੈਂਦਾ, ਗੱਲਾਂ ਨਾਲ ਨਹੀਂ। ਤੇ ਆਖਰੀ ਗੱਲ ਸੁਣਿਓ ਜਿਹੜੀ ਤੱਤ ਦੀ ਗੱਲ ਕਹੀ। ਕਹਿੰਦੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ। ਮਾਨਸ ਜਨਮ ਤੈਨੂੰ ਮਿਲਿਆ ਹੋਵੇ ਤੇ ਪ੍ਰਵਾਨ ਉਦੋਂ ਆ ਜਦੋਂ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਏ। ਜੇ ਤੂੰ ਗੁਰੂ ਦੀ ਚਰਨ ਸ਼ਰਨ ਵਿੱਚ ਨਹੀਂ ਆਇਆ ਭਲਿਆ ਮਾਨਸ ਦੇ ਹੀ ਲੈ ਕੇ ਪ੍ਰਵਾਨ ਨਹੀਂ ਹੋਏਗਾ। ਮਾਨਸ ਜਨਮ ਪਾਏ ਚਰਨ ਸ਼ਰਨ ਗੁਰ ਸਾਧ ਸੰਗ ਮਿਲੇ ਗੁਰਦੁਆਰ ਪਹਿਚਾਨੀਏ। ਤੈਨੂੰ ਸਾਧ ਸੰਗਤ ਮਿਲ ਜਾਏ ਤੂੰ ਗੁਰੂ ਦੇ ਦਰ ਦੀ ਪਹਿਚਾਨ ਕਰ ਲੈ, ਤੂੰ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਏ ਫਿਰ ਇਹ ਮਾਨਸ ਜਨਮ ਸਫਲ ਹੈ। ਕਿਉਂਕਿ ਇਹ ਕਿਉਂ ਪ੍ਰਾਪਤ ਹੋਇਆ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ। ਇਹ ਤੇਰੀ ਵਰੀਆ ਰੱਬ ਨੂੰ ਮਿਲਣ ਦੀ ਬਾਰੀ ਵਾਸਤੇ ਇਹ ਪ੍ਰਾਪਤ ਹੋਇਆ। ਇਹ ਤੇਰੀ ਟਰਨ ਹੈ, ਇਹ ਤੇਰੀ ਵਾਰੀ ਹੈ। ਐਵੇਂ ਨਾ ਖੁਜਾ ਦੇਈਂ ਉੱਠਦਿਆਂ ਬਹਿੰਦਿਆਂ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਹਿਬ ਜੀ ਨੇ ਇੱਕ ਬਚਨ ਕਿਹਾ ਕਹਿੰਦੇ ਸਾਰਾ ਦਿਨ ਇਹਨੂੰ ਹੀ ਪਪੋਲ ਰਿਹਾ ਦੇਹੀ ਨੂੰ, ਜਿਹੜਾ ਤੇਰਾ ਸਰੀਰ ਹੈ ਨਾ ਇਹਨੂੰ ਸਵੇਰੇ ਉੱਠ ਕੇ ਇਸ਼ਨਾਨ ਵੀ ਕਰਾਉਂਦਾ, ਇਹਦੇ ਵਾਸਤੇ ਸੁੰਦਰ ਵਸਤਰ ਪ੍ਰੈਸ ਕਰਕੇ ਵੀ ਪਹਿਨਦਾ, ਇਹਦੇ ਵਾਸਤੇ ਆਏ ਮਹੀਨੇ ਨਵਾਂ ਸੂਟ ਵੀ ਤੂੰ ਸਵਾਉਣਾ। ਕਿਉਂ? ਆ ਸਰੀਰ ਜਿਹੜਾ ਪਪੋਲ ਰਿਹਾ ਸੋਹਣਾ ਲੱਗਣ ਲੱਗ ਜਾਏ। ਸਰੀਰ ਨੂੰ ਪਪੋਲੀ ਜਾ ਰਿਹਾ। ਇਹ ਜੀਵਤ ਰਵੇ ਪਦਾਰਥ ਵੀ ਖਾਣੇ, ਇਹ ਜੀਵਤ ਰਵੇ ਫਰੂਟ ਹੋਰ ਚੀਜ਼ਾਂ ਵੀ ਖਾਣੇ, ਇਹ ਵਧੀਆ ਤਾਕਤਵਰ ਰਵੇ ਮਲਟੀ ਵਿਟਾਮਿਨ ਦੀਆਂ ਚੀਜ਼ਾਂ ਵੀ ਲੈਣੇ। ਉਹ ਭਲਿਆ ਖਾਣ ਤੇ ਪਹਿਨਣ ਵਾਲਿਆ ਇਹ ਕਹਾਣੀ ਇੱਕ ਦਿਨ ਮੁੱਕ ਜਾਣੀ। ਕਿੱਥੇ ਜਾ ਕੇ? ਸਾਹਿਬ ਕਹਿੰਦੇ ਸ਼ਮਸ਼ਾਨ ਘਾਟ ਵਿੱਚ। ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ ਕਰੀ